ਬਾਬਾ ਬੰਦਾ ਸਿੰਘ ਬਹਾਦਰ ਜੀ 18ਵੀਂ ਸਦੀ ਦੇ ਮੁੱਢਲੇ ਦੌਰ ਦੇ ਉਹ ਮਹਾਨ ਸਿੱਖ ਨਾਇਕ ਹਨ ਜਿਨ੍ਹਾਂ ਨੇ ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਨਾ ਸਿਰਫ 700 ਸਾਲ ਪੁਰਾਣੇ ਇਸਲਾਮੀ ਰਾਜ ਨੂੰ ਹੀ ਜੜੋਂ ਹਿਲਾ ਕੇ ਰੱਖ ਦਿੱਤਾ, ਸਗੋਂ ਪੰਜਾਬ ਵਿੱਚ ਸੁਤੰਤਰ ਸਿੱਖ ਰਾਜ ਦੀ ਨੀਂਹ ਰੱਖ ਕੇ ਇਹ ਵੀ ਸਾਬਤ ਕਰ ਦਿੱਤਾ ਕਿ ਪਰਬਤ ਵਰਗੇ ਅਟਲ ਤੇ ਦ੍ਰਿੜ ਇਰਾਦਿਆਂ ਨਾਲ ਕਿਵੇਂ ਵੱਡੀ ਤੋਂ ਵੱਡੀ ਸ਼ਕਤੀ ਵਿਰੁੱਧ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਪਹਿਲੇ ਸਿੱਖ ਰਾਜ ਦੇ ਬਾਨੀ, ਮਹਾਨ ਨਾਇਕ, ਸੂਰਬੀਰ ਯੋਧੇ, ਖਾਲਸਾ ਪੰਥ ਦੇ ਪਹਿਲੇ ਜਥੇਦਾਰ, ਦਲੇਰ ਤੇ ਸਾਹਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ 27 ਅਕਤੂਬਰ 1670 ਈਸਵੀ ਨੂੰ ਪੱਛਮੀ ਕਸ਼ਮੀਰ ਜ਼ਿਲ੍ਹਾ ਪੁੰਛ ਵਿਖੇ ਰਾਜੌਰੀ ਦੇ ਅਸਥਾਨ ਤੇ ਮਾਤਾ ਸੁਲੱਖਣੀ ਦੇਵੀ ਜੀ ਦੀ ਕੁੱਖੋਂ ਪਿਤਾ ਰਾਮਦੇਵ ਜੀ ਦੇ ਗ੍ਰਹਿ ਵਿਖੇ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ। ਜ਼ਿਕਰ ਆਉਂਦਾ ਹੈ ਕਿ ਲਛਮਣ ਦੇਵ ਨੂੰ ਬਚਪਨ ਤੋਂ ਹੀ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਸੀ। ਇੱਕ ਵਾਰ ਜਦੋਂ ਲਛਮਣ ਦੇਵ ਨੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ ਤਾਂ ਉਸ ਦੇ ਪੇਟ 'ਚੋਂ ਜਨਮ ਲੈਂਦਿਆਂ ਹੀ ਉਸ ਦੇ ਬੱਚੇ ਲਛਮਣ ਦੇਵ ਦੀਆਂ ਅੱਖਾਂ ਸਾਹਮਣੇ ਤੜਪ ਕੇ ਮਰ ਗਏ। ਇਸ ਘਟਨਾ ਦਾ ਲਛਮਣ ਦੇਵ ਦੇ ਮਨ ਤੇ ਇੰਨਾ ਗਹਿਰਾ ਪ੍ਰਭਾਵ ਪਿਆ ਕਿ ਉਹਨਾਂ ਨੇ ਦੁਨੀਆਦਾਰੀ ਤਿਆਗ ਕੇ ਵੈਰਾਗ ਧਾਰਨ ਕਰ ਲਿਆ। ਪਹਿਲਾਂ ਉਹ ਵੈਰਾਗੀ ਸੰਤ ਜਾਨਕੀ ਦਾਸ ਦੇ ਚੇਲੇ ਬਣੇ, ਜਿਨ੍ਹਾਂ ਨੇ ਲਛਮਣ ਦੇਵ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ। ਫਿਰ ਉਹ ਨਾਸਕ ਵਾਲੇ ਸੰਤ ਔਗੜਨਾਥ ਦੇ ਚੇਲੇ ਬਣੇ, ਜਿਨ੍ਹਾਂ ਤੋਂ ਮਾਧੋ ਦਾਸ ਨੇ ਤਾਂਤਰਿਕ ਵਿਦਿਆ ਅਤੇ ਰਿੱਧੀਆਂ ਸਿੱਧੀਆਂ ਦਾ ਗਿਆਨ ਪ੍ਰਾਪਤ ਕੀਤਾ। ਕਿਹਾ ਜਾਂਦਾ ਹੈ ਕਿ ਮਾਧੋ ਦਾਸ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਪਹਿਲੀ ਮੁਲਾਕਾਤ 3 ਸਤੰਬਰ 1708 ਈਸਵੀ ਨੂੰ ਹੋਈ ਸੀ ਤੇ ਗੁਰੂ ਜੀ ਦੀ ਸ਼ਰਨ ਵਿੱਚ ਆਉਣ ਤੋਂ ਬਾਅਦ ਮਾਧੋ ਦਾਸ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਸਿੱਖ ਇਤਿਹਾਸ ਵਿੱਚ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਪ੍ਰਸਿੱਧ ਹੋਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਖਾਲਸੇ ਦੇ ਪਹਿਲੇ ਜਥੇਦਾਰ ਥਾਪ ਕੇ ਜ਼ਾਲਮ ਅਤੇ ਅਤਿਆਚਾਰੀ ਹਾਕਮਾਂ ਨੂੰ ਸੋਧਣ ਲਈ 5 ਤੀਰ, 1 ਨਿਸ਼ਾਨ ਸਾਹਿਬ, 1 ਨਗਾਰਾ, 5 ਪ੍ਰਮੁੱਖ ਸਿੱਖ ਭਾਈ ਕਾਨ ਸਿੰਘ ਜੀ, ਭਾਈ ਵਿਨੋਦ ਸਿੰਘ ਜੀ, ਭਾਈ ਬਾਦ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਰਣ ਸਿੰਘ ਜੀ ਅਤੇ 20 ਹੋਰ ਸਿੱਖ ਦੇ ਕੇ ਪੰਜਾਬ ਵੱਲ ਰਵਾਨਾ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੰਜਾਬ ਪਹੁੰਚਣ ਲਈ ਉਹੀ ਰਾਹ ਅਖਤਿਆਰ ਕੀਤਾ ਜਿਸ ਰਾਹ ਤੋਂ ਦਸ਼ਮੇਸ਼ ਪਿਤਾ ਜੀ ਪੰਜਾਬ ਤੇ ਰਾਜਸਥਾਨ 'ਚ ਹੁੰਦੇ ਹੋਏ ਨਾਂਦੇੜ ਪਹੁੰਚੇ ਸਨ। ਉੱਤਰੀ ਭਾਰਤ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪਹਿਲਾ ਪੜਾਅ ਰੋਹਤਕ ਅਤੇ ਸੋਨੀਪਤ ਦੇ ਵਿਚਕਾਰ ਪਿੰਡ ਸਹੇਰੀ ਖੰਡਾ ਸੀ, ਜਿੱਥੋਂ ਉਹਨਾਂ ਨੇ ਪੰਜਾਬ ਦੇ ਮੁਖੀ ਸਿੱਖਾਂ ਅਤੇ ਖਾਲਸੇ ਦੇ ਨਾਂ ਹੁਕਮਨਾਮੇ ਭੇਜ ਕੇ ਗੁਰੂ ਸਾਹਿਬ ਜੀ ਦਾ ਸੰਦੇਸ਼ ਦਿੱਤਾ ਅਤੇ ਹਥਿਆਰਬੰਦ ਹੋ ਕੇ ਬਾਂਗਰ ਦੇਸ਼ ਪਹੁੰਚਣ ਲਈ ਸੱਦਾ ਦਿੱਤਾ। ਕੁਝ ਮਹੀਨਿਆਂ ਵਿੱਚ ਹੀ ਗੁਰੂ ਜੀ ਦੇ ਨਾਂ ਤੇ ਕੁਰਬਾਨ ਹੋਣ ਵਾਲੇ ਸਿੱਦਕੀ ਸਿੱਖ, ਸਦੀਆਂ ਤੋਂ ਜ਼ੁਲਮ ਵਿੱਚ ਪਿਸਦੇ ਆ ਰਹੇ ਕਿਸਾਨ, ਵਣਜਾਰੇ ਤੇ ਨੀਵੀਂ ਜਾਤ ਵਾਲੇ ਲੋਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸੈਨਾ ਵਿੱਚ ਆ ਕੇ ਰਲ ਗਏ। ਪੰਜਾਬ ਦੇ ਨਗਰਾਂ ਤੇ ਹਮਲਾ ਕਰਨ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਕੋਲ ਇੱਕ ਤਗੜੀ ਸੈਨਾ ਇਕੱਠੀ ਹੋ ਗਈ, ਪਰ ਉਹਨਾਂ ਕੋਲ ਨਾ ਤੋਪਾਂ ਸਨ, ਨਾ ਬੰਦੂਕਾਂ ਤੇ ਨਾ ਹੀ ਹਾਥੀ, ਜਿਹੜੇ ਮੁਗਲ ਸੈਨਾ ਦੀ ਸ਼ਕਤੀ ਦੇ ਵੱਡੇ ਥੰਮ ਸਨ। ਉਹਨਾਂ ਕੋਲ ਮਾਇਕ ਸਾਧਨ ਵੀ ਨਾ ਦੇ ਬਰਾਬਰ ਸਨ। ਉਹਨਾਂ ਦੀ ਸਭ ਤੋਂ ਵੱਡੀ ਸ਼ਕਤੀ ਉਹਨਾਂ ਦੇ ਸਾਥੀਆਂ ਦੀ ਆਪਣੇ ਗੁਰੂ ਜੀ ਪ੍ਰਤੀ ਸ਼ਰਧਾ ਅਤੇ ਵਿਸ਼ਵਾਸ ਸੀ। ਸਰਹੰਦ ਤੇ ਹਮਲਾ ਕਰਨ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਸਰਹੰਦ ਦੇ ਆਸ-ਪਾਸ ਦੇ ਨਗਰਾਂ ਤੇ ਹਮਲਾ ਕਰਕੇ ਉੱਥੇ ਦੇ ਅਧਿਕਾਰੀ, ਮੁਗਲ, ਪਠਾਣਾ ਆਦਿ ਨੂੰ ਕਮਜ਼ੋਰ ਕਰ ਦੇਣਾ ਚਾਹੁੰਦੇ ਸਨ, ਤਾਂ ਕਿ ਉਹ ਸਰਹੰਦ ਦੇ ਨਵਾਬ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸੈਨਿਕ ਜਾਂ ਮਾਇਕ ਸਹਾਇਤਾ ਪਹੁੰਚਾਉਣ ਦੇ ਕਾਬਿਲ ਨਾ ਰਹਿਣ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਹਮਲਿਆਂ ਦੀ ਸ਼ੁਰੂਆਤ 11 ਨਵੰਬਰ 1709 ਈਸਵੀ ਨੂੰ ਸਮਾਣਾ ਤੋਂ ਕੀਤੀ। ਇਹ ਸਰਹੰਦ ਸੂਬੇ ਦਾ ਇੱਕ ਮਹੱਤਵਪੂਰਨ ਨਗਰ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਤਲ ਕਰਨ ਵਾਲਾ ਜੱਲਾਦ ਸੈਯਦ ਜਲਾਲਉੱਦੀਨ ਇੱਥੋਂ ਦਾ ਹੀ ਰਹਿਣ ਵਾਲਾ ਸੀ। ਇਸ ਨਗਰ ਵਿੱਚ ਹੀ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਦੇ ਘਰ ਸਨ, ਜਿਨ੍ਹਾਂ ਨੇ ਨੀਹਾਂ ਵਿੱਚ ਚਿਣੇ ਜਾਣ ਮਗਰੋਂ ਦੋਹਾਂ ਬੱਚਿਆਂ ਦੇ ਸੀਸ ਕੱਟੇ ਸਨ। ਐਸੇ ਨਗਰ ਵਿੱਚ ਹੀ ਉਹਨਾਂ ਪਠਾਣਾ ਅਤੇ ਮੁਗਲਾਂ ਦੇ ਘਰ ਸਨ, ਜੋ ਹਿੰਦੂ ਜਨਤਾ ਉੱਪਰ ਜ਼ੁਲਮ ਕਰਨ ਤੋਂ ਕਦੇ ਗੁਰੇਜ਼ ਨਹੀਂ ਕਰਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਉਹਨਾਂ ਦੇ ਸਾਥੀਆਂ ਦੇ ਮਨਾਂ ਵਿੱਚ ਇਸ ਨਗਰ ਬਾਰੇ ਬੜੀ ਨਫ਼ਰਤ ਸੀ ਅਤੇ ਬਦਲੇ ਦੀ ਅੱਗ ਭਾਂਬੜ ਬਣ ਕੇ ਮਚ ਰਹੀ ਸੀ। ਇਸ ਨਗਰ ਉੱਪਰ ਸਿੰਘਾਂ ਦਾ ਗੁੱਸਾ ਕਹਿਰ ਬਣ ਕੇ ਟੁੱਟਿਆ। ਇੱਕ ਹੀ ਦਿਨ ਵਿੱਚ 10,000 ਦੇ ਕਰੀਬ ਲੋਕ ਕਤਲ ਕਰ ਦਿੱਤੇ ਗਏ। ਇਸ ਨਗਰ ਦੇ ਕਿਲੇ, ਹਵੇਲੀਆਂ ਤੇ ਘਰਾਂ ਨੂੰ ਢਾਹ ਕੇ ਖੰਡਰ ਬਣਾ ਦਿੱਤਾ ਗਿਆ। ਪੰਜਾਬ ਵਿੱਚ ਖਾਲਸੇ ਦੀ ਇਹ ਸਭ ਤੋਂ ਪਹਿਲੀ ਅਤੇ ਵੱਡੀ ਜਿੱਤ ਸੀ, ਜਿਸ ਨੂੰ ਵੇਖ ਕੇ ਮੁਗਲ ਫੌਜਦਾਰਾਂ ਅਤੇ ਹਾਕਮਾਂ ਦੇ ਦਿਲ ਦਹਿਲ ਗਏ ਸਨ। ਮੁਗਲ ਅਧਿਕਾਰੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੋਂ ਖੌਫ ਖਾਣ ਲੱਗ ਪਏ ਸਨ।
ਨਵਾਬ ਵਜ਼ੀਰ ਖਾਂ ਵੀ ਸੈਨਿਕ ਤਿਆਰੀਆਂ ਵਿੱਚ ਜੁਟ ਗਿਆ ਸੀ। ਸਮਾਣੇ ਦੀ ਜਿੱਤ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸੋਨੀਪਤ ਅਤੇ ਕੈਥਲ ਤੇ ਹਮਲਾ ਕਰਕੇ ਉੱਥੋਂ ਦੀਆਂ ਮਹੱਤਵਪੂਰਨ ਚੌਕੀਆਂ ਨੂੰ ਤਹਿਸ-ਨਹਿਸ ਕਰ ਦਿੱਤਾ ਸੀ ਤੇ ਸਮਾਣੇ ਦੀ ਜਿੱਤ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਸ-ਪਾਸ ਦੇ ਛੋਟੇ ਨਗਰਾਂ ਅਤੇ ਮੁਗਲ ਚੌਕੀਆਂ ਵੱਲ ਧਿਆਨ ਮੋੜਿਆ। ਪਹਿਲਾਂ ਕੜਾਮ ਤੇ ਹਮਲਾ ਕੀਤਾ ਜੋ ਲਾਹੌਰ ਜਾਣ ਵਾਲੀ ਸੜਕ ਤੇ ਇੱਕ ਮਹੱਤਵਪੂਰਨ ਚੌਕੀ ਸੀ। ਫਿਰ ਉਹਨਾਂ ਨੇ ਠਸਕਾ, ਸ਼ਾਹਬਾਦ ਅਤੇ ਮੁਸਤਫਾਬਾਦ ਤੇ ਹਮਲਾ ਕਰਕੇ ਇਹਨਾਂ ਸਥਾਨਾਂ ਤੇ ਖਾਲਸੇ ਦਾ ਦਬਦਬਾ ਕਾਇਮ ਕੀਤਾ। ਇਸ ਮਗਰੋਂ ਉਹਨਾਂ ਨੇ ਕਪੂਰੀ ਨੂੰ ਆਪਣਾ ਨਿਸ਼ਾਨਾ ਬਣਾਇਆ, ਜਿੱਥੋਂ ਦੇ ਫੌਜਦਾਰ ਕਦਮ-ਉਦ-ਦੀਨ ਨੇ ਹਿੰਦੂਆਂ ਦੇ ਜੀਵਨ ਨੂੰ ਨਰਕ ਬਣਾ ਰੱਖਿਆ ਸੀ ਤੇ ਉਸ ਦੇ ਇਲਾਕੇ ਵਿੱਚ ਔਰਤਾਂ ਦੀ ਇੱਜ਼ਤ ਵੀ ਮਹਿਫੂਜ਼ ਨਹੀਂ ਸੀ। ਕਦਮ-ਉਦ-ਦੀਨ ਨੂੰ ਸਜ਼ਾ ਦੇਣ ਲਈ ਉਸ ਦੀ ਗੜੀ, ਹਵੇਲੀਆਂ ਅਤੇ ਮਕਾਨਾਂ ਨੂੰ ਅੱਗ ਲਗਾ ਦਿੱਤੀ ਗਈ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹਨਾਂ ਇਲਾਕਿਆਂ ਵਿਰੁੱਧ ਹੋਈ ਜੰਗ ਵਿੱਚ ਸਰਦਾਰ ਫਤਿਹ ਸਿੰਘ ਜੀ ਦੀ ਬਹਾਦਰੀ ਨੂੰ ਵੇਖਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹਨਾਂ ਨੂੰ ਸਮਾਣੇ ਅਤੇ ਦੂਜੇ ਇਲਾਕਿਆਂ ਦਾ ਹਾਕਮ ਥਾਪ ਦਿੱਤਾ ਤੇ ਇਹਨਾਂ ਥਾਵਾਂ ਦੇ ਪ੍ਰਬੰਧ ਵਿੱਚ ਮਦਦ ਕਰਨ ਅਤੇ ਸਲਾਹ ਦੇਣ ਲਈ ਖਾਲਸਾ ਪੰਚਾਇਤ ਦਾ ਗਠਨ ਕੀਤਾ ਗਿਆ। ਕਪੂਰੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅਗਲਾ ਨਿਸ਼ਾਨਾ ਸਡੌਰਾ ਸੀ। ਇੱਥੋਂ ਦਾ ਮੁਗਲ ਹਾਕਮ ਉਸਮਾਨ ਖਾਂ ਵੀ ਬੜਾ ਹੰਕਾਰੀ ਤੇ ਜ਼ਾਲਮ ਸੀ। ਉਸ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਸਿਰਫ ਇਸ ਲਈ ਮਰਵਾ ਦਿੱਤਾ ਸੀ ਕਿ ਉਹਨਾਂ ਨੇ ਭੰਗਾਣੀ ਦੇ ਯੁੱਧ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੇ ਮੁਰੀਦਾਂ ਅਤੇ ਪੁੱਤਰਾਂ ਨੂੰ ਭੇਜ ਕੇ ਸਹਾਇਤਾ ਕੀਤੀ ਸੀ। ਇਸ ਜੰਗ ਵਿੱਚ ਪੀਰ ਜੀ ਦੇ 2 ਪੁੱਤਰ ਅਤੇ ਕਈ ਮੁਰੀਦ ਵੀ ਸ਼ਹੀਦ ਹੋਏ ਸਨ। ਸਿੰਘ ਇਹੋ ਜਿਹੇ ਹਾਕਮ ਨੂੰ ਉਸਦੇ ਪਾਪਾਂ ਦੀ ਸਜ਼ਾ ਜ਼ਰੂਰ ਦੇਣੀ ਚਾਹੁੰਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 15 ਨਵੰਬਰ 1709 ਈਸਵੀ ਨੂੰ ਸਡੌਰੇ ਤੇ ਹਮਲਾ ਬੋਲ ਕੇ ਨਾ ਸਿਰਫ ਇੱਥੋਂ ਦੇ ਕਿਲੇ, ਮਹਿਲ ਤੇ ਹਵੇਲੀਆਂ ਨੂੰ ਖਾਕ ਵਿੱਚ ਮਿਲਾ ਦਿੱਤਾ, ਸਗੋਂ ਉਸਮਾਨ ਖਾਂ ਤੇ ਉਸਦੇ ਸਾਥੀਆਂ ਨੂੰ ਸਖਤ ਸਜ਼ਾਵਾਂ ਦੇ ਕੇ ਕਤਲ ਵੀ ਕਰ ਦਿੱਤਾ। ਸਡੌਰੇ ਨੂੰ ਜਿੱਤਣ ਮਗਰੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਨਾਲ ਲੱਗਦੇ ਜੰਗਲ ਵਿੱਚੋਂ ਚੀਲ ਦਾ ਇੱਕ ਉੱਚਾ ਤੇ ਲੰਮਾ ਦਰਖਤ ਪੁੱਟ ਕੇ ਇੱਥੇ ਲਿਆ ਕੇ ਨਿਸ਼ਾਨ ਸਾਹਿਬ ਵਜੋਂ ਸਥਾਪਿਤ ਕਰ ਦਿੱਤਾ, ਜੋ ਅੱਜ ਵੀ ਸਡੌਰੇ ਦੇ ਗੁਰਦੁਆਰੇ ਵਿੱਚ ਕਾਇਮ ਹੈ ਅਤੇ ਜਿਸ ਅਸਥਾਨ ਤੇ ਉਸਮਾਨ ਖਾਂ ਤੇ ਉਸਦੇ ਸਾਥੀਆਂ ਨੂੰ ਕਤਲ ਕੀਤਾ ਗਿਆ ਸੀ, ਉਹ ਅਸਥਾਨ ਕਤਲਗੜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਡੌਰੇ ਨੂੰ ਜਿੱਤਣ ਮਗਰੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 16 ਨਵੰਬਰ 1709 ਈਸਵੀ ਨੂੰ ਮੁਖਲਿਸਗੜ੍ਹ ਤੇ ਹਮਲਾ ਕਰਕੇ ਆਪਣੇ ਕਬਜ਼ੇ ਵਿੱਚ ਕਰ ਲਿਆ। ਇਸ ਤੋਂ ਬਾਅਦ 2 ਹੋਰ ਨਗਰਾਂ ਛੱਤ ਅਤੇ ਬਨੂੜ ਤੇ ਹਮਲਾ ਕਰਕੇ ਉਹਨਾਂ ਨੂੰ ਵੀ ਆਪਣੇ ਅਧੀਨ ਕਰ ਲਿਆ। ਛੱਤ ਵਿੱਚ ਵੱਡੇ ਕਾਜ਼ੀ ਦੀ ਕਚਹਿਰੀ ਲੱਗਿਆ ਕਰਦੀ ਸੀ ਅਤੇ ਬਨੂੜ ਸਰਹੰਦ ਦੀ ਇੱਕ ਤਗੜੀ ਸੈਨਿਕ ਚੌਕੀ ਸੀ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਦੇ ਆਸ-ਪਾਸ ਦੇ ਸਾਰੇ ਫੌਜਦਾਰਾਂ ਦੇ ਹੌਸਲੇ ਪਸਤ ਕਰ ਦਿੱਤੇ ਸਨ। ਬਨੂੜ ਦੀ ਫਤਿਹ ਤੋਂ ਬਾਅਦ ਹੁਣ ਵਾਰੀ ਸਰਹੰਦ ਦੀ ਸੀ। ਸਰਹੰਦ ਦਾ ਨਵਾਬ ਵਜ਼ੀਰ ਖਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੁੱਖ ਨਿਸ਼ਾਨੇ ਤੇ ਸੀ, ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ, ਅਨੰਦਪੁਰ ਸਾਹਿਬ ਨੂੰ ਛੱਡਣਾ, ਪਰਿਵਾਰ ਵਿਛੋੜਾ, ਸਰਸਾ ਦੇ ਕੰਢੇ ਤੇ ਹੋਈ ਜੰਗ, ਚਮਕੌਰ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਸਰਹੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨਾ, ਫਿਰ ਮਾਤਾ ਗੁਜਰੀ ਜੀ ਨੂੰ ਅਨੇਕਾਂ ਤਸੀਹੇ ਦੇ ਕੇ ਉਹਨਾਂ ਦਾ ਸ਼ਹੀਦ ਹੋ ਜਾਣਾ ਤੇ ਅਖੀਰ ਮੁਕਤਸਰ ਤੱਕ ਗੁਰੂ ਜੀ ਦਾ ਪਿੱਛਾ ਕਰਦੇ ਹੋਏ 40 ਸਿੰਘਾਂ ਨੂੰ ਸ਼ਹੀਦ ਕਰਨਾ, ਇਹਨਾਂ ਸਭ ਘਟਨਾਵਾਂ ਪਿੱਛੇ ਇਸੇ ਵਜ਼ੀਰ ਖਾਂ ਦਾ ਹੀ ਹੱਥ ਸੀ। ਇਹਨਾਂ ਸਭ ਘਟਨਾਵਾਂ ਨੂੰ ਯਾਦ ਕਰਕੇ ਸਿੰਘਾਂ ਦੇ ਜਜ਼ਬੇ ਭੜਕ ਜਾਂਦੇ ਸਨ ਤੇ ਉਹ ਸਰਹੰਦ ਦੀ ਇੱਟ ਨਾਲ ਇੱਟ ਵਜਾ ਦੇਣ ਲਈ ਤਿਆਰ ਹੋ ਜਾਂਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਉੱਪਰ ਹਮਲਾ 12 ਮਈ 1710 ਈਸਵੀ ਵਿੱਚ ਕੀਤਾ। ਇਹ ਜੰਗ ਚੱਪੜਚਿੜੀ ਦੇ ਮੈਦਾਨ ਵਿੱਚ ਲੜੀ ਗਈ ਸੀ। ਚੱਪੜਚਿੜੀ ਦਾ ਮੈਦਾਨ ਸਰਹੰਦ ਤੋਂ 24 ਤੋਂ 25 ਕਿਲੋਮੀਟਰ ਦੂਰ ਉੱਤਰ ਵਾਲੇ ਪਾਸੇ ਹੈ। ਇੱਕ ਪਾਸੇ ਸਰਹੰਦ ਦੇ ਨਵਾਬ ਵਜ਼ੀਰ ਖਾਂ ਦੀ ਵਿਸ਼ਾਲ ਸੈਨਾ ਸੀ, ਜਿਨ੍ਹਾਂ ਕੋਲ ਵੱਡੀ ਗਿਣਤੀ ਵਿੱਚ ਜੰਗੀ ਸਮਾਨ ਸਨ, ਤੇ ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਜੀ ਕੋਲ ਸਿਦਕਵਾਨ ਸਿੰਘਾਂ ਦੀ ਫੌਜ ਸੀ। ਵਜ਼ੀਰ ਖਾਂ ਦੀ ਸੈਨਾ ਦੀ ਗਿਣਤੀ 20 ਤੋਂ 40 ਹਜ਼ਾਰ ਦੇ ਵਿੱਚ ਦੱਸੀ ਜਾਂਦੀ ਹੈ, ਜਦਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਾਥੀਆਂ ਦੀ ਗਿਣਤੀ 20 ਹਜ਼ਾਰ ਤੋਂ ਵੀ ਘੱਟ ਸੀ। ਪਰ ਬਾਬਾ ਜੀ ਦੀ ਮੁੱਠੀ ਭਰ ਫੌਜ ਨੇ ਵਜ਼ੀਰ ਖਾਂ ਦੀ ਵਿਸ਼ਾਲ ਸੈਨਾ ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਪਛਾੜ ਕੇ ਖਾਲਸਾ ਰਾਜ ਦੀ ਨੀਂਹ ਰੱਖ ਦਿੱਤੀ ਸੀ। ਸਰਹੰਦ ਦੇ ਕਿਲੇ ਤੇ ਖਾਲਸਾ ਰਾਜ ਦਾ ਪਰਚਮ ਚਲਾ ਦਿੱਤਾ ਸੀ। ਇਹ ਜੰਗ ਇੰਨੀ ਭਿਆਨਕ ਸੀ ਕਿ ਵੇਖਦੇ ਹੀ ਵੇਖਦੇ ਮੈਦਾਨ ਵਿੱਚ ਲੋਥਾਂ ਦੇ ਢੇਰ ਲੱਗ ਗਏ ਸਨ। ਪਰ ਇਸ ਲੜਾਈ ਵਿੱਚ 500 ਦੇ ਕਰੀਬ ਸਿੰਘਾਂ ਦੀ ਵੀ ਸ਼ਹੀਦੀ ਹੋਈ ਸੀ। ਬਾਬਾ ਬਾਦ ਸਿੰਘ ਜੀ ਨੂੰ ਸਰਹੰਦ ਦੇ ਪਹਿਲੇ ਸੂਬੇਦਾਰ ਅਤੇ ਭਾਈ ਆਲੀ ਸਿੰਘ ਜੀ ਸਲੌਦੀ ਨੂੰ ਨਾਇਬ ਸੂਬੇਦਾਰ ਥਾਪ ਕੇ ਸਾਰਾ ਪ੍ਰਬੰਧ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਇਸ ਜੰਗ ਵਿੱਚ ਹੋਈ ਜਿੱਤ ਨੂੰ ਯਾਦ ਰੱਖਣ ਲਈ ਹੁਣ ਚੱਪੜਚਿੜੀ ਦੇ ਮੈਦਾਨ ਤੇ ਫਤਿਹ ਮੀਨਾਰ ਸਥਾਪਿਤ ਕੀਤਾ ਗਿਆ ਹੈ, ਜੋ ਕਈ ਮੀਲਾਂ ਦੀ ਦੂਰੀ ਤੋਂ ਵਿਖਾਈ ਦੇ ਜਾਂਦਾ ਹੈ। ਨਵੀਂ ਰਾਜਧਾਨੀ ਸਥਾਪਿਤ ਕੀਤੀ ਗਈ। ਪੁਰਾਣੇ ਚਲੇ ਆ ਰਹੇ ਜ਼ਾਲਮ ਅਤੇ ਗੈਰ ਜ਼ਿੰਮੇਵਾਰ ਮੁਗਲ ਅਧਿਕਾਰੀਆਂ ਨੂੰ ਹਟਾ ਕੇ ਸਿੱਖ ਸੈਨਿਕਾਂ ਨੂੰ ਅਮਨ ਕਾਨੂੰਨ ਬਣਾਏ ਰੱਖਣ ਦੀਆਂ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਇੱਕ ਹੋਰ ਵੱਡੀ ਪ੍ਰਾਪਤੀ ਜ਼ਿਮੀਂਦਾਰੀ ਪ੍ਰਬੰਧ ਨੂੰ ਖਤਮ ਕਰਕੇ ਵਾਹੀਕਾਰਾ ਮਾਲਕੀ ਪ੍ਰਬੰਧ ਸ਼ੁਰੂ ਕਰਨਾ ਸੀ, ਜਿਸ ਦੇ ਵਿੱਚ ਵਾਹੀ ਹੇਠ ਆਉਂਦੀ ਜ਼ਮੀਨ ਦੇ ਮਾਲਕੀ ਅਧਿਕਾਰ ਉਹਨਾਂ ਨੂੰ ਹੀ ਦੇ ਦਿੱਤੇ ਗਏ ਜੋ ਉਸ ਜ਼ਮੀਨ ਤੇ ਹਲ ਵਾਹੁੰਦੇ ਸਨ। ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀ ਦੇ ਅਧਿਕਾਰ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੰਜਾਬ ਵਿੱਚ ਅਜਿਹਾ ਇਨਕਲਾਬ ਲਿਆਉਂਦਾ ਜਿਸ ਵਰਗੀ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਹੋਰ ਦੂਜੀ ਮਿਸਾਲ ਨਹੀਂ ਮਿਲਦੀ। ਉਹਨਾਂ ਨੇ ਸਦੀਆਂ ਤੋਂ ਦੱਬੇ ਕੁਚਲੇ ਨੀਵੀਂ ਜਾਤਾਂ ਦੇ ਸਮਝੇ ਜਾਂਦੇ ਲੋਕਾਂ ਦੇ ਹੱਥ ਕਿਰਪਾਨ ਫੜਾ ਕੇ ਉਹਨਾਂ ਨੂੰ ਜ਼ੁਲਮ ਵਿਰੁੱਧ ਲੜਨ ਅਤੇ ਜਿੱਤ ਹਾਸਲ ਕਰਨ ਦੀ ਜਾਂਚ ਸਿਖਾ ਦਿੱਤੀ ਤੇ ਦਸ਼ਮੇਸ਼ ਪਿਤਾ ਜੀ ਦੇ ਇਹਨਾਂ ਬਚਨਾਂ ਨੂੰ ਅਮਲੀ ਜਾਮਾ ਪਹਿਨਾ ਦਿੱਤਾ। ਇਨ ਗਰੀਬ ਸਿੰਘਣ ਕੋ ਦੇਉ ਪਾਤਸ਼ਾਹੀ, ਯਾਦ ਕਰੇ ਇਹ ਹਮਰੀ ਗੁਰਿਆਈ। ਸਰਹੰਦ ਸ਼ਹਿਰ ਵਿੱਚ ਅਮਨ ਅਮਾਨ ਕਾਇਮ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਗੇ ਹਾਫਜ਼ੀ ਵਿੱਚ ਪਹਿਲਾ ਖਾਲਸਾ ਦਰਬਾਰ ਸਜਾਇਆ। ਮੁਗਲਾਂ ਦੀ ਰਾਜ ਸੱਤਾ ਨੂੰ ਮਿਟਾ ਕੇ ਖਾਲਸਾ ਰਾਜ ਦੇ ਸਿੱਕੇ ਤੇ ਮੋਹਰ ਜਾਰੀ ਕੀਤੀ ਗਈ। ਜਿੱਤੇ ਹੋਏ ਇਲਾਕਿਆਂ ਦੀ ਸਾਰੀ ਤਾਕਤ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਆਪਣੇ ਹੱਥ ਵਿੱਚ ਹੀ ਸੀ, ਪਰ ਉਹਨਾਂ ਨੇ ਕਦੇ ਵੀ ਆਪਣੇ ਲਈ ਰਾਜਾ ਜਾਂ ਬਾਦਸ਼ਾਹ ਦਾ ਤਖੱਲਸ ਗ੍ਰਹਿਣ ਨਹੀਂ ਕੀਤਾ ਸੀ। ਆਪ ਜੀ ਦੇ ਰਾਜਕਾਲ ਵਿੱਚ ਚਲਾਏ ਗਏ ਸਿੱਕੇ ਤੇ ਮੋਹਰਾਂ ਉੱਤੇ ਉਕਰੀ ਇਬਾਰਤ ਇਹ ਜ਼ਾਹਿਰ ਕਰਦੀ ਹੈ ਕਿ ਉਹ ਦੇਗ ਅਤੇ ਤੇਗ ਦੀਆਂ ਸਾਰੀਆਂ ਪ੍ਰਾਪਤੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਅਤੇ ਅਸ਼ੀਰਵਾਦ ਦੀ ਦੇਣ ਸਮਝਦੇ ਹਨ। ਬਾਬਾ ਬੰਦਾ ਸਿੰਘ ਬਹਾਦਰ ਜੀ ਇੱਕ ਸੱਚੇ ਤੇ ਧਰਮੀ ਸਿੱਖ ਸਨ, ਜਿਨ੍ਹਾਂ ਦੀ ਪਾਈ ਹੋਈ ਇਹ ਪਰੰਪਰਾ ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੱਕ ਵੀ ਜਾਰੀ ਰਹੀ ਤੇ ਸਿੱਕੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਹੀ ਚੱਲਦੇ ਰਹੇ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਦੀ ਜਿੱਤ ਦੀ ਤਾਰੀਖ ਤੋਂ ਇੱਕ ਨਵਾਂ ਸੰਮਤ ਵੀ ਜਾਰੀ ਕੀਤਾ। ਉਹ ਆਪਣੇ ਸਮੇਂ ਦੇ ਉੱਤਮ ਦਰਜੇ ਦੇ ਸਿੱਖ ਯੋਧਾ ਸਨ। ਜਿੰਨੀ ਦੇਰ ਤੱਕ ਉਹ ਜੀਵਿਤ ਰਹੇ, ਮੁਗਲ ਬਾਦਸ਼ਾਹ ਬਹਾਦਰ ਸ਼ਾਹ, ਜਹਾਂਦਾਰ ਸ਼ਾਹ ਅਤੇ ਫਰਖਸੀਅਰ ਵੀ ਆਰਾਮ ਨਾਲ ਬੈਠ ਕੇ ਸੁੱਖ ਦਾ ਸਾਹ ਨਹੀਂ ਲੈ ਸਕੇ ਸਨ। ਬਾਬਾ ਬੰਦਾ ਸਿੰਘ ਬਹਾਦਰ ਜੀ ਮੁਸਲਮਾਨਾਂ ਦੇ ਵਿਰੁੱਧ ਨਹੀਂ ਸਨ ਅਤੇ ਨਾ ਹੀ ਇਸਲਾਮ ਧਰਮ ਦੇ ਵਿਰੋਧੀ ਸਨ। ਉਹਨਾਂ ਦੀ ਲੜਾਈ ਤਾਂ ਜ਼ਾਲਮ ਅਤੇ ਅਤਿਆਚਾਰੀ ਹਾਕਮਾਂ ਦੇ ਵਿਰੁੱਧ ਸੀ। ਬਾਬਾ ਜੀ ਦੀ ਨਿਆਂ ਪ੍ਰਣਾਲੀ ਦਾ ਆਧਾਰ ਗੁਰਬਾਣੀ ਦੀ ਇਹ ਤੁਕ ਸੀ, ਰਾਜੇ ਚੁਲੀ ਨਿਆਵ ਕੀ। ਜ਼ਾਤੀ ਤੌਰ ਤੇ ਵੀ ਉਹ ਬੜੇ ਪਵਿੱਤਰ ਅਤੇ ਉੱਚੇ ਸਦਾਚਾਰਕ ਜੀਵਨ ਵਾਲੇ ਮਨੁੱਖ ਸਨ। ਸਰਹੰਦ ਦੀ ਫਤਿਹ ਤੋਂ ਵੇਲਿਆਂ ਹੋ ਕੇ ਅਤੇ ਸਾਰੇ ਪ੍ਰਬੰਧ ਨੂੰ ਠੀਕ ਤਰੀਕੇ ਨਾਲ ਸਥਾਪਿਤ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਲੋਹਗੜ੍ਹ ਆ ਗਏ। ਪਰ ਬਹਾਦਰ ਸ਼ਾਹ ਦੀ ਅਗਵਾਈ ਵਿੱਚ ਮੁਗਲ ਫੌਜ ਨੇ ਲੋਹਗੜ੍ਹ ਕਿਲੇ ਤੇ ਵੀ ਹਮਲਾ ਕਰ ਦਿੱਤਾ ਤੇ ਇੱਥੇ ਵੀ ਬੜਾ ਭਾਰੀ ਯੁੱਧ ਚੱਲਦਾ ਰਿਹਾ। ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਆਪਣੇ ਕੁਝ ਸਾਥੀਆਂ ਸਮੇਤ ਕਿਲੇ ਚੋਂ ਬਾਹਰ ਨਿਕਲਣ ਵਿੱਚ ਸਫਲ ਹੋ ਗਏ ਤੇ ਨਾਹਨ ਰਿਆਸਤ ਵੱਲ ਚੱਲ ਪਏ। ਬਾਬਾ ਜੀ ਦਾ ਲੋਹਗੜ੍ਹ ਕਿਲੇ ਤੋਂ ਬਚ ਕੇ ਨਿਕਲ ਜਾਣਾ ਮੁਗਲਾਂ ਦੀ ਇੱਕ ਹੋਰ ਵੱਡੀ ਹਾਰ ਸੀ। ਆਉਣ ਵਾਲੇ ਖਤਰੇ ਨੂੰ ਭਾਂਪਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਿੱਖਾਂ ਨੂੰ ਕੀਰਤਪੁਰ ਇਕੱਠੇ ਹੋਣ ਲਈ ਹੁਕਮਨਾਮੇ ਭੇਜੇ। ਪਹਿਲਾਂ ਕਹਿਲੂਰ ਤੇ ਫਿਰ ਮੰਡੀ ਦੇ ਰਾਜਿਆਂ ਦੇ ਨਜ਼ਰਾਨੇ ਕਬੂਲ ਕਰਦੇ ਹੋਏ ਆਪ ਜੀ ਕੁੱਲੂ ਪਹੁੰਚੇ ਤੇ ਕੁੱਲੂ ਤੋਂ ਚੰਬਾ ਦੇ ਰਾਜੇ ਉਦੇ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਵਾਗਤ ਕੀਤਾ ਤੇ ਆਪਣੇ ਪਰਿਵਾਰ ਦੀ ਕੁੜੀ ਨਾਲ ਆਪ ਜੀ ਦਾ ਵਿਆਹ ਕਰਵਾ ਦਿੱਤਾ, ਜਿਨ੍ਹਾਂ ਦਾ ਨਾਂ ਵਿਆਹ ਸਮੇਂ ਸੁਸ਼ੀਲ ਕੌਰ ਰੱਖਿਆ ਗਿਆ। ਸੁਸ਼ੀਲ ਕੌਰ ਜੀ ਦੀ ਕੁੱਖੋਂ ਹੀ ਬਾਬਾ ਅਜੇ ਸਿੰਘ ਜੀ ਦਾ ਜਨਮ ਹੋਇਆ ਸੀ। ਬਹਾਦਰ ਸ਼ਾਹ ਦੀ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਹਰਾ ਨਹੀਂ ਸਕਿਆ ਤੇ ਫਰਵਰੀ 1712 ਈਸਵੀ ਵਿੱਚ ਉਸ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਅਜ਼ੀਮ ਖਾਂ ਦਾ ਪੁੱਤਰ ਫਰਖਸੀਅਰ ਤਖਤ ਤੇ ਬੈਠਾ ਤੇ ਉਸ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵਧ ਰਹੀ ਤਾਕਤ ਨੂੰ ਖਤਮ ਕਰਨ ਲਈ ਸਿੰਘਾਂ ਉੱਪਰ ਕਈ ਹਮਲੇ ਕੀਤੇ। ਬਾਬਾ ਜੀ ਦਾ ਹੁਣ ਨਵਾਂ ਕੇਂਦਰ ਗੁਰਦਾਸ ਨੰਗਲ ਦਾ ਕਿਲਾ ਸੀ। 1715 ਈਸਵੀ ਤੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰਦਾਸ ਨੰਗਲ ਦੇ ਕਿਲੇ ਵਿੱਚ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਪੂਰੀ ਤਰ੍ਹਾਂ ਆਪਣੀ ਤਾਕਤ ਸਥਾਪਿਤ ਕਰ ਲਈ ਸੀ। ਅਪ੍ਰੈਲ 1715 ਈਸਵੀ ਨੂੰ ਮੁਗਲ, ਪਹਾੜੀ ਅਤੇ ਰਾਜਪੂਤ ਸੈਨਾ ਨੇ ਗੁਰਦਾਸ ਨੰਗਲ ਨੂੰ ਘੇਰਾ ਪਾ ਲਿਆ। ਸਿੰਘ ਘੇਰਾ ਤੋੜਨ ਲਈ ਵਾਰ-ਵਾਰ ਹੀਲੇ ਕਰਦੇ, ਪਰ ਮੁਗਲ ਫੌਜ ਉਹਨਾਂ ਦੇ ਸਾਰੇ ਹੀਲੇ ਨਾਕਾਮ ਕਰ ਦਿੰਦੀ। ਇਸ ਤਰ੍ਹਾਂ 2 ਮਹੀਨਿਆਂ ਤੱਕ ਲੜਾਈ ਚੱਲਦੀ ਰਹੀ ਤੇ ਦੋਹਾਂ ਪਾਸਿਆਂ ਤੋਂ ਕਾਫੀ ਫੌਜੀ ਮਾਰੇ ਗਏ ਸਨ।
दिन ब दिन मुगल फौज घेरे ਨੂੰ ਤੰਗ ਕਰ ਰਹੀ ਸੀ। ਗੁਰਦਾਸ ਨੰਗਲ ਵੱਲ ਆਉਣ ਜਾਣ ਵਾਲੇ ਸਾਰੇ ਰਾਹ ਬੰਦ ਕਰ ਦਿੱਤੇ ਗਏ ਸਨ, ਜਿਸ ਕਰਕੇ ਸਿੰਘਾਂ ਲਈ ਬਾਹਰੋਂ ਰਸਦ ਵਗੈਰਾ ਆਉਣੀ ਵੀ ਬੰਦ ਹੋ ਗਈ ਸੀ। ਕਿਲੇ ਵਿੱਚ ਵੀ ਦਾਣਾ ਪੱਠਾ ਮੁੱਕਦਾ ਜਾ ਰਿਹਾ ਸੀ। ਭੁੱਖ ਦੇ ਦੁੱਖੋਂ ਕਈ ਸਾਰੇ ਸਿੰਘ ਵੀ ਅਕਾਲ ਪੁਰਖ ਨੂੰ ਪਿਆਰੇ ਹੋ ਗਏ ਸਨ। ਇਸ ਤੋਂ ਬਾਅਦ ਵੀ ਸਿੰਘ ਪਹਿਲਾਂ ਵਾਂਗ ਹੀ ਦੁਸ਼ਮਣਾਂ ਨਾਲ ਡਟ ਕੇ ਮੁਕਾਬਲਾ ਕਰਦੇ ਰਹੇ। ਜਦੋਂ ਕਿਲੇ ਅੰਦਰ ਕੁਝ ਖਾਣ ਨੂੰ ਨਾ ਰਿਹਾ ਤਾਂ ਬੀਬੀ ਸੁਸ਼ੀਲ ਕੌਰ ਜੀ ਰੁੱਖਾਂ ਦੇ ਪੱਤੇ ਉਬਾਲਦੇ ਤੇ ਸਿੰਘ ਉਹ ਖਾ ਕੇ ਗੁਜ਼ਾਰਾ ਕਰਦੇ। ਪੱਤੇ ਮੁੱਕ ਜਾਣ ਮਗਰੋਂ ਰੁੱਖਾਂ ਦੀਆਂ ਛਿੱਲਾਂ ਸੁਕਾ ਕੇ ਤੇ ਪੀਹ ਕੇ ਉਸ ਦਾ ਆਟਾ ਬਣਾ ਕੇ ਰੋਟੀਆਂ ਬਣਾ ਕੇ ਖਾਧੀਆਂ ਗਈਆਂ। ਰੁੱਖਾਂ ਦੇ ਮੁੱਕ ਜਾਣ ਮਗਰੋਂ ਘੋੜੇ ਤੇ ਖੱਚਰ ਚਟਕਾ ਕੇ ਖਾਧੇ ਗਏ। ਜਦੋਂ ਸਾਰਾ ਬਾਲਣ ਵੀ ਮੁੱਕ ਗਿਆ ਤਾਂ ਸਿੰਘਾਂ ਨੇ ਭੁੱਖ ਦੇ ਦੁੱਖੋਂ ਕੱਚਾ ਮਾਸ ਹੀ ਪੇਟ ਵਿੱਚ ਪਾ ਕੇ ਅੰਦਰ ਦੀ ਅੱਗ ਬੁਝਾਉਣ ਦਾ ਯਤਨ ਕੀਤਾ। ਬੀਬੀ ਸੁਸ਼ੀਲ ਕੌਰ ਜੀ ਤੇ ਕਾਕਾ ਅਜੇ ਸਿੰਘ ਜੀ ਵੀ ਇਹੀ ਸਾਰੇ ਕਸ਼ਟ ਅਕਾਲ ਪੁਰਖ ਦੇ ਭਾਣੇ ਵਿੱਚ ਸਹਾਰ ਰਹੇ ਸਨ। ਭੁੱਖ ਦੇ ਇੰਨੇ ਦੁੱਖ ਸਹਾਰ ਕੇ ਸਿੰਘ ਸੂਰਮੇ ਕੇਵਲ ਹੱਡੀਆਂ ਦੇ ਪਿੰਜਰ ਹੀ ਰਹਿ ਗਏ ਸਨ। ਦੁਨੀਆ ਵਿੱਚ ਭੁੱਖ ਦਾ ਅਜਿਹਾ ਦਰਦਨਾਕ ਮੰਜ਼ਰ ਅੱਜ ਤੱਕ ਕਿਸੇ ਨਹੀਂ ਵੇਖਿਆ ਹੋਣਾ। ਆਖਰ ਜਦੋਂ ਕੋਈ ਵਾਹ ਨਾ ਚੱਲੀ ਤਾਂ ਸਿੰਘਾਂ ਨੇ 17 ਦਸੰਬਰ 1715 ਈਸਵੀ ਵਿੱਚ ਲਗਭਗ 8 ਮਹੀਨਿਆਂ ਬਾਅਦ ਆਪਣੇ ਆਪ ਨੂੰ ਮੁਗਲ ਸੈਨਾ ਦੇ ਹਵਾਲੇ ਕਰ ਦਿੱਤਾ। ਪਰ ਇਸ ਵਾਰੀ ਵੀ ਉਹ ਪੂਰੀ ਸੁਰਮਗਤੀ ਨਾਲ ਲੜੇ। ਲਗਭਗ 8000 ਸਿੰਘ ਇਸ ਜੰਗ ਵਿੱਚ ਸ਼ਹੀਦ ਹੋ ਗਏ ਸਨ ਅਤੇ ਬਾਕੀ ਦੇ 740 ਸਿੰਘਾਂ ਨੂੰ ਕੈਦੀ ਬਣਾ ਲਿਆ ਗਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਵੀ ਗ੍ਰਿਫਤਾਰ ਹੋ ਗਏ ਸਨ। ਭਾਰਤੀ ਇਤਿਹਾਸ ਵਿੱਚ ਕਿਧਰੇ ਵੀ ਅਜਿਹੀ ਲੜਾਈ ਦੀ ਕੋਈ ਮਿਸਾਲ ਨਹੀਂ ਮਿਲਦੀ ਜਿਹੜੀ ਇੱਕੋ ਥਾਂ ਤੇ ਘੇਰਾ ਪਾ ਕੇ ਲਗਾਤਾਰ 8 ਮਹੀਨਿਆਂ ਤੱਕ ਲੜੀ ਗਈ ਹੋਵੇ। ਮੁਗਲ ਫੌਜ ਦੇ ਜ਼ਬਰਦਸਤ ਘੇਰੇ ਵਿੱਚ ਘਿਰੇ ਹੋਣ ਤੋਂ ਬਾਅਦ ਵੀ ਸਿੰਘ ਲਗਾਤਾਰ 8 ਮਹੀਨਿਆਂ ਤੱਕ ਦੁਸ਼ਮਣ ਨਾਲ ਲੜਦੇ ਰਹੇ ਸਨ। ਬਾਬਾ ਬੰਦਾ ਸਿੰਘ ਬਹਾਦਰ ਜੀ ਵਰਗੇ ਬਲੀ ਪੁਰਸ਼ ਦਾ ਅਜੇ ਵੀ ਇੰਨਾ ਡਰ ਸੀ ਕਿ ਉਹਨਾਂ ਨੂੰ ਸੰਗਲਾਂ ਵਿੱਚ ਜਕੜ ਕੇ ਲੋਹੇ ਦੇ ਪਿੰਜਰੇ ਵਿੱਚ ਡੱਕਿਆ ਗਿਆ। ਉਹਨਾਂ ਉੱਤੇ ਨੰਗੀ ਤਲਵਾਰ ਨਾਲ ਇੱਕ ਮੁਗਲ ਅਫਸਰ ਦਾ ਪਹਿਰਾ ਲਾਇਆ ਗਿਆ। ਗੁਰਦਾਸ ਨੰਗਲ ਦੀ ਲੜਾਈ ਵਿੱਚ ਮਾਰੇ ਗਏ ਸਿੱਖਾਂ ਦੇ ਸਿਰ ਬਰਛਿਆਂ ਉੱਤੇ ਟੰਗ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ, ਬੀਬੀ ਸੁਸ਼ੀਲ ਕੌਰ ਜੀ, 4 ਸਾਲ ਦੇ ਮਾਸੂਮ ਬਾਲਕ ਅਜੇ ਸਿੰਘ ਜੀ ਅਤੇ ਹੋਰ ਕੈਦੀ ਸਿੰਘਾਂ ਸਮੇਤ ਲਾਹੌਰ ਲਿਜਾਏ ਗਏ। ਸ਼ਹਿਰ ਦੇ ਬਾਜ਼ਾਰਾਂ ਵਿੱਚ ਉਹਨਾਂ ਦੀ ਨੁਮਾਇਸ਼ ਕੀਤੀ ਗਈ। ਉਸ ਵੇਲੇ ਦੇ ਹੁਕਮਰਾਨਾਂ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਸਿੰਘਾਂ ਨੂੰ ਸ਼ਰੇਆਮ ਖੁਆਰ ਕਰਨ ਤੋਂ ਬਾਅਦ ਫਰਕਸੀਅਰ ਦੇ ਹੁਕਮ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦੇ 23 ਹੋਰ ਨਿਕਟਵਰਤੀ ਸਾਥੀਆਂ ਨੂੰ ਤ੍ਰਿਪੋਲੀਆ ਜੇਲਖਾਨੇ ਵਿੱਚ ਕੈਦ ਕਰ ਦਿੱਤਾ ਗਿਆ। ਬੀਬੀ ਸੁਸ਼ੀਲ ਕੌਰ ਜੀ ਤੇ ਕਾਕਾ ਅਜੇ ਸਿੰਘ ਜੀ ਨੂੰ ਸ਼ਾਹੀ ਹਰਮ ਵਿੱਚ ਭੇਜ ਦਿੱਤਾ ਗਿਆ। ਬਾਕੀ ਦੇ 740 ਸਿੰਘਾਂ ਨੂੰ ਕਤਲ ਕਰਨ ਲਈ ਦਿੱਲੀ ਦੇ ਕੋਤਵਾਲ ਸਰਬ ਰਾਹ ਖਾਨ ਦੇ ਸਪੁਰਦ ਕਰ ਦਿੱਤਾ ਗਿਆ। ਇਹ ਕਤਲ ਦਾ ਤਮਾਸ਼ਾ ਇੱਕ ਹਫ਼ਤੇ ਤੱਕ ਚੱਲਦਾ ਰਿਹਾ। ਹਰ ਰੋਜ਼ 100 ਸਿੱਖ ਕਤਲ ਕੀਤੇ ਜਾਂਦੇ, ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਾਰੇ ਸਾਥੀਆਂ ਨੇ ਬੜੇ ਅਚਰਜ ਹੌਸਲੇ ਤੇ ਦ੍ਰਿੜਤਾ ਨਾਲ ਮੌਤ ਕਬੂਲ ਕੀਤੀ। ਕਿਸੇ ਨੇ ਵੀ ਲਾਲਚ ਵਿੱਚ ਆ ਕੇ ਆਪਣਾ ਧਰਮ ਨਹੀਂ ਛੱਡਿਆ। ਆਖਰ ਅੱਤ ਦੇ ਅਸਹਿ ਤਸੀਹਾਂ ਤੋਂ ਬਾਅਦ 9 ਜੂਨ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦੇ ਬਚੇ ਹੋਏ ਸਾਥੀਆਂ ਦੀ ਮੌਤ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਕਾਕਾ ਅਜੇ ਸਿੰਘ ਜੀ ਨੂੰ ਬੀਬੀ ਸੁਸ਼ੀਲ ਕੌਰ ਜੀ ਪਾਸੋਂ ਖੋਹ ਕੇ ਬਾਬਾ ਜੀ ਪਾਸ ਲਿਆਂਦਾ ਗਿਆ। ਜਦੋਂ ਦੁਬਾਰਾ ਪੁੱਛਣ ਤੇ ਬਾਬਾ ਜੀ ਨੇ ਇਸਲਾਮ ਧਰਮ ਕਬੂਲ ਕਰਨੋਂ ਮਨਾ ਕਰ ਦਿੱਤਾ ਤਾਂ ਜੱਲਾਦਾਂ ਨੇ ਮਾਸੂਮ ਅਜੇ ਸਿੰਘ ਜੀ ਨੂੰ ਪਿਤਾ ਦੀ ਗੋਦ ਵਿੱਚ ਹੀ ਛੁਰੀ ਨਾਲ ਕੋਹ ਸੁੱਟਿਆ। ਉਹਨਾਂ ਦੇ ਕੋਮਲ ਸਰੀਰ ਦੇ ਛੋਟੇ-ਛੋਟੇ ਟੁਕੜੇ ਕਰ ਦਿੱਤੇ ਗਏ। ਬੱਚੇ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਪਾਇਆ ਗਿਆ। ਪਰ ਧੰਨ ਹਨ ਉਹ ਸੰਤ ਸਿਪਾਹੀ ਜੋ ਪੱਥਰ ਦੀ ਮੂਰਤ ਵਾਂਗ ਅਡੋਲ ਤੇ ਸ਼ਾਂਤ ਬੈਠੇ ਰਹੇ ਤੇ ਕਹਿੰਦੇ ਰਹੇ, ਜਿਸ ਕੀ ਬਸਤ ਤਿਸ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਥੈ। ਕਾਕਾ ਅਜੇ ਸਿੰਘ ਜੀ ਤੋਂ ਬਾਅਦ ਇਸ ਸੰਤ ਸੂਰਮੇ ਦੀ ਆਪਣੀ ਵਾਰੀ ਆਈ। ਪਹਿਲਾਂ ਬਾਬਾ ਜੀ ਦੀਆਂ ਅੱਖਾਂ ਕੱਢੀਆਂ ਗਈਆਂ, ਫਿਰ ਪੈਰ ਤੇ ਹੱਥ ਵੱਡੇ ਗਏ ਅਤੇ ਉਹਨਾਂ ਦੇ ਸਰੀਰ ਦੇ ਮਾਸ ਦੀਆਂ ਬੋਟੀਆਂ ਤੋੜੀਆਂ ਗਈਆਂ। ਪਰ ਉਹ ਸੂਰਮਾ ਅਜੇ ਵੀ ਦੁੱਖ ਨੂੰ ਸ਼ਾਂਤੀ ਤੇ ਹੌਸਲੇ ਨਾਲ ਸਹਾਰ ਰਿਹਾ ਸੀ। ਅੰਤ ਵਿੱਚ ਇਸ ਪਵਿੱਤਰ ਸਰੀਰ ਦੇ ਹਜ਼ਾਰਾਂ ਟੁਕੜੇ ਕਰ ਦਿੱਤੇ ਗਏ ਤੇ ਇਹ ਬਲੀ ਯੋਧਾ ਵਾਹਿਗੁਰੂ ਜੀ ਦਾ ਭਾਣਾ ਮੰਨਦੇ ਹੋਏ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦਿਆਂ ਹੋਇਆ ਸ਼ਹੀਦੀ ਪਾ ਗਿਆ। 10 ਜੂਨ 1716 ਈਸਵੀ ਨੂੰ ਬਾਕੀ ਬਚੇ ਸਿੰਘਾਂ ਨੂੰ ਵੀ ਅਕਹਿ ਤੇ ਅਸਹਿ ਕਸ਼ਟ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਬੀਬੀ ਸੁਸ਼ੀਲ ਕੌਰ ਜੀ ਨੂੰ ਪਤੀ ਦੀ, ਪੁੱਤਰ ਦੀ ਤੇ ਸਿੰਘਾਂ ਦੀ ਸ਼ਹੀਦੀ ਦਾ ਪਤਾ ਲੱਗਾ ਤੇ ਉਸ ਬਹਾਦਰ ਬੀਬੀ ਨੇ ਅਕਾਲ ਪੁਰਖ ਅੱਗੇ ਸ਼ੁਕਰਾਨੇ ਦੀ ਅਰਦਾਸ ਕੀਤੀ ਕਿ ਸਭੀ ਨੇ ਸਿੱਖੀ ਕੇਸਾ ਸਵਾਸਾਂ ਨਾਲ ਨਿਭਾਈ ਹੈ। ਬੀਬੀ ਸੁਸ਼ੀਲ ਕੌਰ ਜੀ ਉੱਪਰ ਬਾਦਸ਼ਾਹ ਦੀ ਬੁਰੀ ਨਜ਼ਰ ਸੀ।
ਇਸ ਲਈ ਉਹਨਾਂ ਨੂੰ ਸ਼ਾਹੀ ਹਰਮ ਵਿੱਚ ਰੱਖਿਆ ਗਿਆ ਸੀ ਤਾਂ ਜੋ ਉਹ ਲਾਲਚ ਵਿੱਚ ਆ ਜਾਣ। ਬੀਬੀ ਜੀ ਉੱਤੇ ਵੀ ਬਹੁਤ ਜ਼ੋਰ ਪਾਇਆ ਗਿਆ ਕਿ ਉਹ ਇਸਲਾਮ ਕਬੂਲ ਕਰ ਲੈਣ, ਪਰ ਉਸ ਅਣਖੀ ਬੀਬੀ ਨੇ ਆਪਣੀ ਇੱਜ਼ਤ ਤੇ ਧਰਮ ਦੀ ਰੱਖਿਆ ਲਈ ਆਪਣੇ ਸੀਨੇ ਵਿੱਚ ਖੰਜਰ ਖੋਭ ਕੇ ਕੁਰਬਾਨੀ ਦੇ ਦਿੱਤੀ ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਗਈ। ਇਹ ਧਰਮੀ ਬੀਬੀ ਜੋ ਸਦੀਆਂ ਵਿੱਚ ਨਹੀਂ ਸੀ ਹੋਇਆ, ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਨਾਂਦੇੜ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਲੈ ਕੇ ਉਹਨਾਂ ਦੇ ਜੋਤੀ ਜੋਤ ਸਮਾਉਣ ਦੇ ਮਗਰੋਂ 2 ਸਾਲਾਂ ਦੇ ਅੰਦਰ ਹੀ ਅੰਦਰ ਸੱਚ ਕਰਕੇ ਵਿਖਾ ਦਿੱਤਾ। ਗੁਰੂ ਜੀ ਦੇ ਕਿਸੇ ਵੀ ਸਿੱਖ ਨੂੰ ਅਧੀਨਗੀ ਤੇ ਬੇਬਸੀ ਡੁਲਾ ਨਹੀਂ ਸਕੀ। ਕਿਸੇ ਨੇ ਵੀ ਆਪਣੇ ਧਰਮ ਅਤੇ ਆਦਰਸ਼ਾਂ ਤੋਂ ਮੂੰਹ ਨਹੀਂ ਸੀ ਮੋੜਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਗੁਰੂ ਕਾ ਬੰਦਾ ਬਣ ਕੇ ਆਏ ਸਨ ਤੇ ਆਪਣੀ ਸ਼ਹਾਦਤ ਵਾਲੇ ਦਿਨ ਤੱਕ ਸਿੱਖ ਧਰਮ ਨੂੰ ਪਾਲਦੇ ਹੋਏ ਆਪਣਾ ਜੀਵਨ ਆਪਣੇ ਗੁਰੂ ਤੋਂ ਕੁਰਬਾਨ ਕਰ ਗਏ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੀ ਹੋਈ ਸਿੱਖੀ ਤੇ ਉਹਨਾਂ ਨੇ ਆਂਚ ਤੱਕ ਨਹੀਂ ਆਣ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।